ਦੇਸ਼ ਵਿੱਚ 12 ਕਰੋੜ ਤੋਂ ਵੱਧ ਛੋਟੇ ਕਿਸਾਨ ਹਨ। ਇਸ ਵਿੱਚੋਂ 80% ਤੋਂ ਵੱਧ ਕਿਸਾਨਾਂ ਕੋਲ 2 ਹੈਕਟੇਅਰ ਤੋਂ ਘੱਟ ਖੇਤੀਯੋਗ ਜ਼ਮੀਨ ਹੈ। ਪੀੜ੍ਹੀ ਦੇ ਪਰਿਵਰਤਨ ਦੇ ਨਾਲ ਉਹਨਾਂ ਦੀ ਕਾਸ਼ਤ ਛੋਟੇ ਅਤੇ ਛੋਟੇ ਹੁੰਦੇ ਜਾ ਰਹੇ ਨੇ, ਪਰ ਇਹ ਉਹਨਾਂ ਦੀ ਤਰੱਕੀ ਦਾ ਰਾਹ ਨਹੀਂ ਰੋਕਦਾ। ਲਾਲ ਕਿਲੇ ਤੋਂ ਆਪਣੇ 75ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਇਹਨਾਂ ਤੱਥਾਂ ਨੂੰ ਮੁੱਖ ਰੱਖਦਿਆਂ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਅਤੇ ਛੋਟੇ ਕਿਸਾਨਾਂ ਦੀ ਭੂਮਿਕਾ ਤੇ ਜ਼ੋਰ ਦਿੱਤਾ। ਇਹ ਵੀ ਕਿਹਾ ਗਿਆ ਸੀ ਕਿ ਛੋਟੇ ਕਿਸਾਨਾਂ ਨੂੰ ਦੇਸ਼ ਦਾ ਮਾਣ ਬਣਨਾ ਚਾਹੀਦਾ ਹੈ। ਇਹ ਦੇਸ਼ ਦਾ ਸੁਪਨਾ ਹੈ। ਇਹ ਸੁਪਨਾ ਕਿਸੇ ਵੀ ਹਾਲਤ ਵਿੱਚ ਪੂਰਾ ਹੋਣਾ ਚਾਹੀਦਾ ਹੈ। ਇਸ ਦਾ ਇੱਕ ਰੋਡ ਮੈਪ ਵੀ ਹੈ। ਸਰਕਾਰ ਖੇਤੀ ਤੋਂ ਲੈ ਮੰਡੀਕਰਨ ਤੱਕ ਕਈ ਤਰ੍ਹਾਂ ਦੀਆਂ ਨੀਤੀਆਂ ਬਣਾ ਰਹੀ ਹੈ। ਟੀਚਾ ਕਿਸਾਨਾਂ ਨੂੰ ਸਿੱਧਾ ਮੰਡੀ ਨਾਲ ਜੋੜ ਕੇ ਉਹਨਾਂ ਦੀ ਆਮਦਨ ਵਧਾਉਣਾ ਹੈ। ਬਹੁਤ ਸਾਰੀਆਂ ਨੀਤੀਆਂ ਬਿਲਕੁਲ ਨਵੀਆਂ ਹਨ ਅਤੇ ਦੇਸ਼ ਦੇ ਖੇਤੀਬਾੜੀ ਵਿਗਿਆਨਕਾਂ ਅਤੇ ਮਾਹਿਰਾਂ ਨੇ ਸਾਲਾਂ ਦੀ ਸੋਚ ਤੋਂ ਬਾਅਦ ਉਹਨਾਂ ਨੂੰ ਤਿਆਰ ਕੀਤਾ ਹੈ। ਸਰਕਾਰ ਨੇ ਵੀ ਉਹਨਾਂ ਨੂੰ ਲਾਗੂ ਕਰ ਦਿੱਤਾ ਹੈ। ਦੁਨੀਆ ਭਰ ਦੇ ਵਿਕਸਿਤ ਦੇਸ਼ਾਂ ਦਾ ਉਪਭੋਗਤਾ ਰੁਝਾਨ ਭਾਰਤ ਵਿੱਚ ਸ਼ੁਰੂ ਹੋਇਆ ਹੈ। ਜੀਵਨ ਪੱਧਰ ਅਤੇ ਖਰੀਦ ਸ਼ਕਤੀ ਦੇ ਵੱਧਦੇ ਮਿਆਰ ਦੇ ਨਾਲ ਆਮ ਭਾਰਤੀ ਅਨਾਜ ਤੋਂ ਘੱਟ, ਫਲਾਂ ਅਤੇ ਸਬਜ਼ੀਆਂ ਤੋਂ ਜ਼ਿਆਦਾ ਖਰਚ ਕਰ ਰਿਹਾ ਹੈ। ਭਾਵ ਛੋਟੇ ਕਿਸਾਨਾਂ ਲਈ ਇੱਕ ਸਪਸ਼ਟ ਸੰਦੇਸ਼ ਹੈ। ਵੱਧ ਰਹੇ ਅਨਾਜ ਦੇ ਮੁਕਾਬਲੇ ਫਲ ਅਤੇ ਸਬਜ਼ੀਆਂ ਉਗਾਉਣ ਵਿੱਚ ਵਧੇਰੇ ਲਾਭ ਹੈ। ਦੈਨਿਕ ਸਵੇਰਾ ਨੇ ਪਿਛਲੇ ਦਿਨੀ ਹਿਮਾਚਲ ਤੋਂ ਲੈ ਪੰਜਾਬ ਤੱਕ ਬਹੁਤ ਸਾਰੇ ਅਗਾਂਹ ਵਧੂ ਕਿਸਾਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਪੇਸ਼ ਕੀਤੀਆਂ ਸਨ। ਕਿਵੇਂ ਉਸਨੇ ਘੱਟੋ-ਘੱਟ ਸਮਰਥਨ ਮੁੱਲ ਦਾ ਲਾਲਚ ਛੱਡ ਕੇ ਕਣਕ ਅਤੇ ਚੌਲ ਉਗਾਉਣਾ ਬੰਦ ਕਰ ਦਿੱਤਾ ਹੈ ਅਤੇ ਬਾਗਬਾਨੀ ਸ਼ੁਰੂ ਕਰ ਦਿੱਤੀ ਹੈ। ਜਿਹੜੀ ਆਮਦਨ ਕਣਕ ਅਤੇ ਚਾਵਲ ਤੋਂ ਆ ਰਹੀ ਸੀ, ਉਸ ਤੋਂ ਦੋਗੁਣਾ ਮੁਨਾਫਾ ਫਲਾਂ ਤੇ ਸਬਜ਼ੀਆਂ ਤੋਂ ਆਉਣਾ ਸ਼ੁਰੂ ਹੋਇਆ। ਮਹਾਰਾਸ਼ਟਰ, ਗੁਜਰਾਤ, ਤਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ ਆਦਿ ਸੂਬਿਆਂ ਦੇ ਕਿਸਾਨਾਂ ਨੇ ਵੀ ਇਸੇ ਤਰ੍ਹਾਂ ਵਿਭਿੰਨਤਾ ਲਿਆ ਕੇ ਬਹੁਤ ਅੱਗੇ ਵੱਧ ਗਏ। ਸਰਕਾਰ ਦੇਸ਼ ਭਰ ਵਿੱਚ ਇਸ ਪ੍ਰਕਿਰਿਆ ਨੂੰ ਤੇਜ਼ ਕਰਨਾ ਚਾਹੁੰਦੀ ਹੈ। ਬਾਗਬਾਨੀ ਵਿਕਾਸ ਲਈ ਰਾਸ਼ਟਰੀ ਬਾਗਬਾਨੀ ਬੋਰਡ ਤੋਂ ਨਾਬਾਰਡ ਤੱਕ ਯੋਜਨਾਵਾਂ ਹਨ। ਇਸ ਤਰ੍ਹਾਂ ਕਿਸਾਨ ਉਤਪਾਦਕ ਸੰਗਠਨ ਦੀਆਂ ਯੋਜਨਾਵਾਂ ਵੀ ਇੱਕ ਖੇਤਰ ਵਿੱਚ ਇੱਕ ਖਾਸ ਫਸਲ ਉਗਾਉਣ ਅਤੇ ਉਸ ਨੂੰ ਸਿੱਧਾ ਖਪਤਕਾਰਾਂ ਤੱਕ ਪਹੁੰਚਾਉਣ ਲਈ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਸ ਵਿੱਚ ਜੇਕਰ ਕਿਸਾਨ ਆਪਣੀ ਸੰਸਥਾ ਬਣਾਉਂਦੇ ਹਨ ਤਾਂ ਉਹਨਾਂ ਨੂੰ ਸੂਚਨਾ ਤੋਂ ਲੈ ਤਕਨਾਲੋਜੀ ਤੱਕ ਗੋਦਾਮ ਦਫ਼ਤਰ ਖੋਲ੍ਹਣ ਅਤੇ 3 ਸਾਲਾਂ ਲਈ ਮਹੱਤਵਪੂਰਨ ਗ੍ਰਾਂਟ ਮਿਲਦੀ ਹੈ। ਦੈਨਿਕ ਸਵੇਰਾ ਨੇ ਇਹ ਵੀ ਦੱਸਿਆ ਕਿਵੇਂ ਹਰਿਆਣਾ ਸਰਕਾਰ ਨੇ ਪਿਛਲੇ 6-7 ਸਾਲਾਂ ਵਿੱਚ ਸਰਕਾਰੀ ਪੱਧਰ ਤੇ FPO ਲਾਗੂ ਕੀਤੇ ਹਨ। ਇਸ ਨੇ ਆਪਣੇ ਕਿਸਾਨਾਂ ਲਈ ਨਵੇਂ ਯੁੱਗ ਦੇ ਦਰਵਾਜ਼ੇ ਖੋਲ੍ਹ ਦਿੱਤੇ। ਜਦੋਂ ਕਿ ਖੇਤੀਬਾੜੀ ਵਿੱਚ ਹਮੇਸ਼ਾ ਅੱਗੇ ਰਹਿਣ ਵਾਲਾ ਪੰਜਾਬ ਅਜਿਹੀਆਂ ਸਹੂਲਤਾਂ ਨਾ ਦੇਣ ਕਾਰਨ ਪਛੜ ਗਿਆ। ਹਰਿਆਣਾ ਵਿੱਚ FPO ਬਚਣ ਦੀ ਦਰ 50% ਤੋਂ ਵੱਧ ਹੈ। ਇਸ ਲਈ ਪੰਜਾਬ ਵਿੱਚ ਇਸ ਦਾ ਅੱਧਾ ਵੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਨੁਕਸਾਨ ਸਿੱਧੇ ਛੋਟੇ ਕਿਸਾਨਾਂ ਨੂੰ ਹੋ ਰਿਹਾ ਹੈ, ਜੋ ਆਮਦਨ ਦੁੱਗਣੀ ਸਰਕਾਰੀ ਸਕੀਮਾਂ ਅਤੇ ਉਹਨਾਂ ਲਈ ਸਬਸਿਡੀਆਂ, ਸਸਤੇ ਖੇਤੀ ਕਰਜ਼ਿਆਂ ਤੋਂ ਲੈ ਖੇਤੀਬਾੜੀ ਬੁਨਿਆਦੀ ਫੰਡ ਤੱਕ 1 ਲੱਖ ਕਰੋੜ ਦੀ ਸਹੂਲਤ ਹੋਣ ਦੇ ਬਾਵਜੂਦ ਲਾਭ ਨਹੀਂ ਲੈ ਰਹੇ। ਆਖਰਕਾਰ ਛੋਟੇ ਕਿਸਾਨਾਂ ਨੂੰ ਦੇਸ਼ ਦੀ ਆਰਥਿਕ ਤਰੱਕੀ ਵਿੱਚ ਪੂਰਾ ਹਿੱਸਾ ਲੈਣਾ ਚਾਹੀਦਾ ਹੈ। ਇਹ ਸਿਰਫ ਖੇਤੀ ਦੇ ਨਵੇਂ ਮੈਥਡਸ ਦੇ ਜ਼ਰੀਏ ਹੀ ਸੰਭਵ ਹੈ। ਉਹਨਾਂ ਦੀ ਉਪਜ ਦੀਆਂ ਕੀਮਤਾਂ ਖੁਦ ਤੈਅ ਕਰਨਾ ਅਤੇ ਬਿਜ਼ਨਸ ਨੂੰ ਖੇਤ ਤੋਂ ਲੈ ਖਪਤਕਾਰਾਂ ਤੱਕ ਹਟਾਉਣਾ। ਇਸ ਮੰਤਵ ਲਈ ਖੇਤੀ ਮਾਹਿਰ 40 ਦਹਾਕਿਆਂ ਤੋਂ ਖੇਤੀ ਸੁਧਾਰਾਂ ਦੀ ਮੰਗ ਕਰਦੇ ਆ ਰਹੇ ਨੇ। ਹੁਣ ਉਹ ਸ਼ੁਰੂ ਹੋ ਗਏ ਹਨ। ਇਸ ਦਾ ਹਿੱਸਾ ਨਵੇਂ ਖੇਤੀਬਾੜੀ ਕਾਨੂੰਨਾਂ ਹਨ। ਫਿਰ ਕਿਸਾਨਾਂ ਦੇ ਮਾਲ ਨੂੰ ਦੂਰ ਤੱਕ ਪਹੁੰਚਾਉਣ ਲਈ ਕਿਸਾਨ ਰੇਲ ਗੱਡੀਆਂ ਚਲਾਈਆਂ ਗਈਆਂ ਨੇ। ਹਰ ਮੌਸਮ ਜੋ ਤੁਸੀਂ ਸੁਣਦੇ ਹੋ, ਕਿਸਾਨਾਂ ਨੂੰ ਮੰਡੀ ਵਿੱਚ ਗੋਭੀ ਲਈ 2 ਰੁਪਏ ਕਿਲੋ ਵੀ ਨਹੀਂ ਮਿਲਦਾ। ਉਸ ਨੂੰ ਖੇਤਾਂ ਵਿੱਚ ਸਬਜ਼ੀਆਂ ਸੁੱਟਣੀਆਂ ਪੈਂਦੀਆਂ ਨੇ। ਉਹ ਇਸ ਨਾਸ਼ਵਾਨ ਫਸਲ ਨੂੰ ਜ਼ਿਆਦਾ ਦੇਰ ਤੱਕ ਆਪਣੇ ਕੋਲ ਨਹੀਂ ਰੱਖ ਸਕਦਾ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਦਾ ਇਹ ਐਲਾਨ ਬਹੁਤ ਉਮੀਦਾਂ ਨੂੰ ਜਗਾਉਂਦਾ ਹੈ। ਬਲਾਕ ਪੱਧਰ ਤੱਕ ਗੋਦਾਮ ਬਣਾਉਣ ਦੀ ਮੁਹਿੰਮ ਚਲਾਈ ਜਾਵੇਗੀ। ਹਰ ਕਿਸਾਨ ਨੂੰ ਪਤਾ ਲੱਗ ਗਿਆ ਹੈ ਇਹ ਕਾਲੇ ਕਾਨੂੰਨ ਨਹੀਂ ਹਨ, ਇਹ ਉਸ ਦੀ ਆਮਦਨੀ ਵਧਾਉਣ ਲਈ ਲਿਆਂਦੇ ਗਏ ਨੇ। ਇਸ ਸਮੇਂ ਅਸਲ ਕਿਸਾਨ ਸੰਗਠਨਾਂ ਦਾ ਸਾਰਾ ਧਿਆਨ ਦੇਸ਼ ਵਿੱਚ ਨਵੀਂ ਖੇਤੀਬਾੜੀ ਸਹੂਲਤਾਂ ਅਤੇ ਯੋਜਨਾਵਾਂ ਨੂੰ ਸਮਝਣ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਲਈ ਕਿਸਾਨ ਦੀ ਸਹਾਇਤਾ ਕਰਨਾ ਚਾਹੀਦਾ ਹੈ। ਪਰ ਇਹ ਸੰਸਥਾਵਾਂ ਛੋਟੇ ਕਿਸਾਨਾਂ ਨੂੰ ਹਨੇਰੇ ਵਿੱਚ ਰੱਖ ਰਹੀਆਂ ਨੇ। 1 ਸਾਲ ਪਹਿਲਾਂ ਉਸਨੇ ਪਿੰਡ ਵਿੱਚ ਕਾਲੇ ਕਾਨੂੰਨਾਂ ਦੇ ਢੋਂਗ ਦੱਸ ਕੇ, ਟੋਲ ਪਿੱਟ ਕੇ ਉਸ ਨੂੰ ਡਰਾਮਾ ਦੱਸ ਕੇ ਕਿਸਾਨਾਂ ਨੂੰ ਡਰਾਇਆ। ਹੁਣ ਹਰ ਕਿਸਾਨ ਨੂੰ ਪਤਾ ਲੱਗ ਗਿਆ ਕਿ ਇਹ ਕੋਈ ਕਾਲਾ ਕਾਨੂੰਨ ਨਹੀਂ ਹੈ। ਕਿਸਾਨ ਆਗੂ 9 ਮਹੀਨਿਆਂ ਤੋਂ ਅੰਦੋਲਨ ਨੂੰ ਖਿੱਚ ਕੇ ਆਪਣੀ ਅਗਵਾਈ ਚਮਕਾ ਰਹੇ ਹਨ। ਉਹਨਾਂ ਨੇ ਝੂਠ ਡਰ ਦਿਖਾ ਕੇ ਅੰਦੋਲਨ ਨੂੰ ਸ਼ੁਰੂ ਕੀਤਾ ਅਤੇ ਹੁਣ ਇਸ ਨੂੰ ਸੱਤਾ ਪ੍ਰਾਪਤ ਕਰਨ ਦੀ ਪੌੜੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੇ ਲਈ ਉਸ ਨੂੰ ਦੇਸ਼ ਵਿਰੋਧੀ ਤੱਤਾਂ ਦੇ ਹੱਥਾਂ ਵਿੱਚ ਖੇਡਣ ਦਾ ਵੀ ਪ੍ਰਵਾਨ ਹੈ। ਇਸ ਲਈ ਹੁਣ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਮੋਰਚੇ ਤੋਂ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਹੈ। ਛੋਟੇ ਕਿਸਾਨਾਂ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ, ਇਸ ਲਈ ਹੁਣ ਉਹ ਸਹਾਇਤਾ ਨਹੀਂ ਦੇ ਰਿਹਾ।